ਜਿਹੜੀਆਂ ਵੱਡਮੁੱਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਸਮੇਂ-ਸਮੇਂ ਸਿਰ ਖਤਮ ਕਰਨ ਲੱਗੀ ਬਹੁਤ ਸਾਰੀ ਇੰਸਟੀਟਿਊਸ਼ਨਸ ਨੂੰ ਢਾਹ ਹੈ ਜਿਹੜੀ ਉਹ ਲਾ ਚੁੱਕੀ ਹੈ, ਜਿਹੜੀਆਂ ਕਿ ਇੰਡੀਪੈਂਡੈਂਟ ਇੰਸਟੀਟਿਊਸ਼ਨਸ ਹੋਇਆ ਕਰਦੀਆਂ ਸੀਗੀਆਂ ਤੇ ਦੇਸ਼ ਦਾ ਮਾਨ ਸਨਮਾਨ ਹੋਇਆ ਕਰਦੀਆਂ ਸੀਗੀਆਂ। ਸੋ ਇਸ ਕੰਟੈਕਸਟ ਦੇ ਵਿੱਚ ਪੀਯੂ ਦੇ ਉੱਪਰ ਵੀ ਉਹਨਾਂ ਨੇ ਹੱਥ ਪਾਇਆ ਔਰ ਖਾਸ ਤੌਰ 'ਤੇ ਜਿੱਥੇ ਪੰਜਾਬ ਤੇ ਪੰਜਾਬੀਆਂ ਦੀ ਗੱਲ ਆ ਜਾਂਦੀ, ਪੰਜਾਬੀਅਤ ਦੀ ਗੱਲ ਆ ਜਾਂਦੀ ਹੈ, ਉਦੋਂ ਤਾਂ ਪਤਾ ਨਹੀਂ ਕੀ ਨਫ਼ਰਤ ਇਹਨਾਂ ਦੇ ਮਨ ਦੇ ਵਿੱਚ ਜਾਗਦੀ ਹੈ ਭਾਜਪਾ ਤੇ ਕੇਂਦਰ ਸਰਕਾਰ ਦੇ ਕਿ ਪੰਜਾਬ ਤੇ ਪੰਜਾਬੀਅਤ ਦੇ ਮਾਨ ਸਨਮਾਨ ਨੂੰ, ਅਣਖ ਨੂੰ ਸੱਟ ਲਾਉਣ ਦਾ, ਠੇਸ ਲਾਉਣ ਦਾ ਕੰਮ ਹੈ ਉਹ ਬਾਰੋ-ਬਾਰ ਕਰਦੇ ਨੇ। ਪਰ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਜਿੰਨਾ ਮਰਜ਼ੀ ਅੱਡੀ ਚੋਟੀ ਦਾ ਜ਼ੋਰ ਲਾ ਲੇ ਕੇਂਦਰ ਸਰਕਾਰ ਔਰ ਭਾਜਪਾ, ਪੀਯੂ ਪੰਜਾਬ ਦੀ ਧਰਤੀ ਤੇ ਬਣੀ ਹੋਈ ਇੱਕ ਪ੍ਰੀਮੀਅਰ ਸੰਸਥਾ ਹੈ। ਇਹਦੇ ਨਾਲ ਕਿਸੇ ਵੀ ਤਰੀਕੇ ਦੀ ਛੇੜਛਾੜ ਜਾਂ ਘਾਣ ਕਰਨ ਦੀ ਕੋਸ਼ਿਸ਼ ਜੇ ਕੋਈ केंद्र सरकार करेगी तो उन मुँह तोड़ों जवाब देता। अच्छा अमन जी एक बहुत इंपॉर्टेंट है क्योंकि बिहार में इलेक्शन ज़रूर है, लेकिन बिहार की फैमिली आज जलंधर प्रेस कॉन्फ्रेंस करती है, पंजाब सरकार से, पंजाब पुलिस से मदद मांग रही है। हालांकि FIR दर्ज हुई थी पटियाला में, ITBK का जवान था, उसने सुसाइड किया था और बिहार का जो इंस्पेक्टर था उस पर उसने आरोप लगाए थे जो FIR पटियाला में दर्ज हुई है, तो उसे लेकर क्या एक्शन लिया जाएगा? देखिए अभी इसकी मेरे को 100% जानकारी नहीं है, जो आपसे पता चला जो भी हुआ मैं लोकल जो पुलिस है उसको या DGP मैं बोल दूंगा, जो भी एज पर लॉ ऑफ लैंड जो भी कार्रवाई बनती होगी वो जरूर होगी। तरनतारन उपचुनाव में इस बार राजा वड़िंग का नाम तो काफ़ी सुर्खियों में रहा है, इसको किस तरह देखोगे? राजा वड़िंग का नाम ऑल फॉर रॉन्ग रीजंस। मैं उनके इस बयान की जो उन्होंने हमारे दलित भाईचारे के लोगों के ऊपर एक गंदी घटिया टिप्पणी की है, उनकी जात पात के ऊपर, उनके रंग भेद के ऊपर, उनके काम करने के कारण, जिवें गुरु साहब ने कही दसा नौ की किरत करके खानी चाहिए है, कोई काम वड्डा नहीं होंदा, कोई छोटा नहीं होंदा। जिस तरीके की हल्की घटिया मानसिकता दे नाल उन्होंने ने बयान दिता, पूरे दे पूरी मैं समझदा कि कांग्रेस ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਔਰ ਸਖਤ ਤੋਂ ਸਖਤ ਕਾਰਵਾਈ ਰਾਜਾ ਵੜਿੰਗ ਦੇ ਖਿਲਾਫ ਹੋਣੀ ਚਾਹੀਦੀ ਹੈ। ਕੋਈ ਤਰੀਕਾ ਥੋੜੀ ਹੈ ਸਾਡੇ ਗੁਰੂ ਸਾਹਿਬ ਨੇ ਇੰਟਰਨੈਸ਼ਨਲ ਕਾਲਸ ਆ ਰਹੀਆਂ ਮਾਨਵੀਅਤ ਧਮਕੀਆਂ, ਉਹਨਾਂ ਨੇ ਇਹ ਵੀ ਉਹਨਾਂ ਨੇ FIR ਦਰਜ ਕਰਵਾਈ ਹੈ ਕਿ ਉਹਨਾਂ ਨੂੰ ਪਾਕਿਸਤਾਨ ਤੋਂ ਆਤੰਕੀਆਂ ਨੇ ਕਾਲ ਕਰਕੇ ਮਾਰਨ, ਜਾਨੋਂ ਮਾਰਨ ਦੀ ਦੇਖੋ ਇਸ ਤਰ੍ਹਾਂ ਹੈ ਕਿ ਮੈਨੂੰ ਇਹ ਲੱਗਦਾ ਹੈ, ਬਾਕੀ ਮੇਰੇ ਕੋਲ ਐਕਚੁਅਲ ਫੈਕਟਸ ਨਹੀਂ ਹੈਗੇ, ਉਹ ਪੁਲਿਸ ਤੋਂ DGP ਤੋਂ ਪਤਾ ਕਰ ਲੈਣ ਵੀ ਇਹੋ ਜਿਹੀ ਗੱਲ ਹੋਈ ਹੈ ਕਿ ਨਹੀਂ ਹੋਈ, ਪਰ ਮੈਨੂੰ ਇਹ ਲੱਗਦਾ ਹੈ ਕਿ ਆਪਦੀ ਉਸ ਗਲਤੀ ਨੂੰ, ਉਸ ਬੇਵਕੂਫੀ ਨੂੰ, ਉਸ ਹਲਕੇ ਔਰ ਛੋਟੇਪਣ ਨੂੰ ਲੁਕਾਉਣ ਦੀ, ਉਹਦੇ ਉੱਪਰ ਪਰਦਾ ਪਾਉਣ ਦੀ ਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹੋ ਜਿਹੀ ਗੱਲ ਹੈ ਜਿਹੜੀ ਉਹ ਰਾਜਾ ਵੜਿੰਗ ਨੇ ਕੀਤੀ ਹੈ ਕਿ ਉਹਨਾਂ ਨੂੰ ਵੀ ਧਮਕੀ ਆ ਰਹੀ ਹੈ। ਮੈਂ ਸਮਝਦਾ ਕਿ ਇਹੋ ਜਿਹੀ ਗੱਲ ਕੋਈ ਹੋਣੀ ਨਹੀਂ ਹੈਗੀ, ਸਿਰਫ ਔਰ ਸਿਰਫ ਲੋਕਾਂ ਨੂੰ ਧਿਆਨ ਭਟਕਾ ਰਹੇ। ਹਾਲਾਂਕਿ ਵੜਿੰਗ ਉਹਨਾਂ ਦਾ ਬਿਆਨ ਸੀ ਕਿ ਉਹਨਾਂ ਦੀ ਇੰਟੈਂਸ਼ਨ ਇਦਾਂ ਨਹੀਂ ਸੀ ਕਹਿਣ ਦੀ, ਨਹੀਂ ਇੰਟੈਂਸ਼ਨ ਇਦਾਂ ਨਹੀਂ ਸੀ ਕਿ ਫਿਰ ਦੇਖੋ ਜੇ ਜਿਵੇਂ ਕਹਿੰਦੇ ਨੇ ਵੀ ਤੀਰ ਕਮਾਨੋ ਤੇ ਗੱਲ ਜ਼ਬਾਨੋਂ ਜੇ ਨਿਕਲ ਜੇ ਤੇ ਫਿਰ ਬਹੁਤ ਲੰਬੀ ਚਲੀ ਜਾਂਦੀ ਹੈ। ਤੇ ਜੇ ਤੁਸੀਂ ਜਿਹੜੇ ਅਸੀਂ ਪੋਲੀਟੀਕਲ ਲੋਕ ਹੁੰਦੇ ਆ, ਅਸੀਂ ਆਈਡਲ ਹੁੰਦੇ ਆ ਸਮਾਜ ਦਾ, ਲੋਕ ਪੋਲੀਟੀਕਲ ਲੀਡਰਾਂ ਤੋਂ ਚੰਗੀਆਂ ਸਾਰਥਿਕ ਗੱਲਾਂ ਐਕਸਪੈਕਟ ਕਰਦੇ ਨੇ, ਤੇ ਤੁਸੀਂ ਇਹੋ ਜਿਹੀ ਵਾਹੀਆਤ ਗੱਲ ਕਰੋਗੇ ਤੇ ਮੁੜ ਕੇ ਮਾਫੀਆ ਮੰਗਣ ਵਾਲੇ ਪਾਸੇ ਹੋ ਜਾਓਗੇ, ਇਹ ਤਾਂ ਕੋਈ ਸਿਆਣਪ ਵਾਲੀ ਗੱਲ ਹੈ ਨਹੀਂ। ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੇ ਕਾਂਗਰਸ ਪਾਰਟੀ ਨੂੰ ਵੀ ਬੇਨਤੀ ਕਰੂੰ ਕਿ ਆਪਦੇ ਇਹੋ ਜਿਹੇ ਬੇਲਗਾਮ ਬਦ ਜ਼ੁਬਾਨ ਲੀਡਰਾਂ ਨੂੰ ਕੰਟਰੋਲ ਦੇ ਵਿੱਚ ਰੱਖੋ। ਇਹ ਕੋਈ ਤਰੀਕਾ ਨਹੀਂ ਹੈ ਕਿ ਪਹਿਲਾਂ ਕਹਿ ਦਿਓ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਮਾਰ ਦਿਓ, ਸੱਟ ਮਾਰ ਦਿਓ ਤੇ ਮੁੜ ਕੇ ਕਹਿ ਦਿਓ ਜੀ ਮੇਰੀ ਇੰਟੈਂਸ਼ਨ ਨਹੀਂ ਸੀਗੀ। ਪੰਜਾਬ ਸਰਕਾਰ ਕੋਈ ਐਕਸ਼ਨ ਨਹੀਂ ਆ ਰਹੀ ਜੀ ਉਹਨਾਂ ਤੇ। ਦੇਖੋ ਮੈਂ ਮੰਨ ਕੇ ਚੱਲਦਾ ਕਿ ਪੰਜਾਬ ਦੇ ਲੋਕ ਔਰ ਖਾਸ ਤੌਰ ਤੇ ਤਰਨਤਾਰਨ ਦੇ ਲੋਕ, ਗੁਰੂ ਸਾਹਿਬ ਦੀ ਪਵਿੱਤਰ ਨਗਰੀ ਆ ਉਹ, ਔਰ ਅਸੀਂ ਆਪਦੇ ਕੰਮਾਂ ਨੂੰ ਲੈ ਕੇ 3.5 ਪੌਣੇ 4 ਸਾਲ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਵਿੱਚ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ, ਔਰ 3 ਵਾਰ ਦੇ ਸਾਡੇ MLA ਰਹੇ ਨੇ ਹਰਮੀਤ ਸਿੰਘ ਸੰਧੂ, ਉਹਨਾਂ ਦੀ ਪੋਪੂਲੈਰਿਟੀ ਨੂੰ ਲੈ ਕੇ ਔਰ ਸਾਡੇ ਵਰਕਰਸ ਵਲੰਟੀਅਰਸ ਦੀ ਮਿਹਨਤ ਜਦੋਂ ਦੇਖਦੇ ਹਾਂ ਤੇ ਮੈਂ ਮੰਨ ਕੇ ਚੱਲਦਾ ਕਿ ਇੱਕ ਤਰਫਾ ਜਿਹੜਾ ਰਿਜ਼ल्ट है वो तरनतारन के लोग साढ़े हक में जाए। अमन सर 4 दिन पहले बटाला में शिवसेना नेता पर हमला हुआ था, आज प्रेस कॉन्फ्रेंस की गई, उनकी तरफ से आरोप लगाए गए। पहले तो कहते हैं उनके ज़मीन पे कब्जा किया गया, फिर SHO पर भी आरोप लगाए, वीडियो उन्होंने मीडिया को दी है जिसमें SHO रिश्वत मांग रहा है उनसे राजीनामा करवाने। देखिए मैंने ऐसी कोई वीडियो देखी नहीं, मेरे पास वो भेजी, मैं अभी उसको DGP को बोल के जो भी कार्रवाई बनती होगी कराई जाएगी। मैं आपको स्पष्ट कर देना चाहता हूँ कि पंजाब सरकार पंजाब में लॉ एंड ऑर्डर को लेके और लॉ ऑफ लैंड को लेके हम बड़े सतर्क हैं और बड़े क्लियर हैं, किसी को भी कोई भी ऐसी बात करने की इजाज़त नहीं दी जाएगी। पत्थर उसको साफ कर दिया जाए। सुबह से शाम तक हमारे मन में भी
व्यवहार को लेके, लालच को लेके, महत्वाकांक्षाओं को लेके इतने दक्कड़ होते हैं, उनकी भी कार सेवा होती रहनी चाहिए। तो हर सेवा हर समय होने वाली कार सेवा है। राजनीति भी कार सेवा है हमारे लिए, सरकार चलाना भी आम आदमी पार्टी के सब लोगों के लिए कार सेवा ही है। जैसे मैं कह रहा था कि पंजाब में नशे का कचरा इतना फैला हुआ है, उसको साफ करना भी कार सेवा है। बेरोजगारी का, शिक्षा की कमी का, स्वास्थ्य की कमी का, ये सब ऐसी परेशानियां हैं जिनको दूर करने के लिए हम कार सेवा करने के भाव से काम करें तो माता रानी की कृपा जरूर है। सर मनीष जी, राहुल गांधी ने जिस तरीके से वोट चोरी के ऊपर इल्जाम लगाए बीजेपी के ऊपर, और जिस तरीके से मॉडल की फोटो दिखाई, वो चीजें आप चोरी कैसे हुआ देखते हैं? हरियाणा से, और एक मॉडल है 22 बार वोटिंग की उसने। देखिए, आज हम जिस पवित्र स्थान पर खड़े हैं, यहाँ रह के मैं ये बोलूँगा कि दिल्ली में अरविंद केजरीवाल जी ने वोट चोरी का पूरा पर्दाफाश किया था दिल्ली चुनाव के समय में। एक एक विधानसभा में किस किस तरह से 6,000 से लेके 10,000, 12,000, 20,000 तक की वोट चोरी हो रही थी, लोगों के नाम कटाए गए थे, वो सारा अरविंद केजरीवाल जी ने किया था। उस वक्त कांग्रेस न जाने किस डर से, किस कारण से चुप थी। अब इनको कहीं से समझ में आ रहा है। अरविंद केजरीवाल जी तो ये दिल्ली चुनाव के समय से बोल रहे हैं कि भाई वोट चोरी हो रही है, आपकी वोटें काटी जा रही हैं। और आज मैं यहाँ खड़े होकर बोलूँगा कि देश में लोकतंत्र को बचाना, देश में वोट चोरी जैसी चीज़ों को रोकना, वो भी कार से। सर, पीयू यूनिवर्सिटी को लेकर कैसे देखते हैं जो विवाद छिड़ गया है, क्योंकि वहाँ पर जो विवाद है एबीवीपी के कारण हो रहा है, और अभी जितनी भी संस्थाएं या जथेबंदियां हैं वो सब एकजुट हो गई हैं। अच्छा मनीष जी, बिहार में इलेक्शन उसके बाद ਔਰਤਾਂ ਦੇਣ ਵਾਲਾ, ਔਰ ਜਲਦੀ ਪੂਰਾ ਕੀਤਾ ਜਾਵੇਗਾ। ਕਦੋਂ ਇਹਨੂੰ ਪੂਰਾ ਕਰ ਸੀਐਮ ਸਾਹਿਬ ਨਹੀਂ ਕਹਿੰਦੇ, ਫਿਰ ਮੇਰੇ ਤੱਕ ਕਹਿਣ ਦੀ ਲੋੜ ਹੀ ਨਹੀਂ ਰਹਿੰਦੀ ਹੈਗੀ ਜੀ। ਕਦੋਂ ਤੱਕ ਕਿਉਂਕਿ ਕਾਫੀ ਸਮੇਂ ਤੋਂ ਜਿਹੜਾ ਇਹ ਵਾਅਦਾ ਅਧੂਰਾ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਖਾਸ ਤੌਰ ਤੇ ਸਾਡੀਆਂ ਪੱਤਰਕਾਰ ਭੈਣਾਂ ਨੇ ਜਿਹੜੀਆਂ, ਉਹਨਾਂ ਨੂੰ ਜਦੋਂ ਇਹ ਕਿਹਾ ਸੀਗਾ ਕਿ ਇਸ ਬਜਟ ਦੇ ਵਿੱਚ ਦੇ ਦਾਂਗੇ, ਤੇ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰੋ, ਦੇ ਦੇਣਗੇ। ਕੇਜਰੀਵਾਲ ਸਾਹਿਬ ਦਾ ਖਿਆਲ ਹੈ ਕਿ ਤਰਨਤਾਰਨ ਦੇ ਰੋਡ ਸ਼ੋਅ 'ਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਗੁੰਡੇ ਹੈਗੇ ਆ ਸਾਰੇ ਇੱਥੋਂ ਪੰਜਾਬ ਤੋਂ ਨਿਕਲ ਜਾਣ। ਜੋ ਉਹਨਾਂ ਨੇ ਕਿਹਾ ਉਹ ਬੜਾ ਕਲੀਅਰ ਹੈ, ਬੜਾ ਸਪਸ਼ਟ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ, ਪੰਜਾਬ ਪੁਲਿਸ ਵੱਲੋਂ ਇਹਦੇ ਉੱਪਰ ਸਖਤੀ ਕੀਤੀ ਗਈ ਹੈ। ਉਹਦੇ ਰਿਜ਼ਲਟ ਵੀ ਪਿਛਲੇ ਸਮੇਂ ਦੇਖਣ ਨੂੰ ਮਿਲੇ ਨੇ। ਤੇ ਫਿਰ ਦੁਬਾਰਾ ਜੋ ਅਰਵਿੰਦ ਜੀ ਨੇ ਕਿਹਾ ਸੀਗਾ ਕਿ ਕਿਸੇ ਵੀ ਗੁੰਡਾ ਅਨਸਰ ਨੂੰ, ਕਿਸੇ ਵੀ ਗੈਂਗਸਟਰ ਨੂੰ ਕੋਈ ਵੀ ਨੌਨਸੈਂਸ ਜਿਹੜੀ ਉਹ ਨਹੀਂ ਕਰਨ ਦਿੱਤੀ ਜਾਊਗੀ। ਉਹਨਾਂ ਨੂੰ ਆਪਦੀ ਇਹਨਾਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ। ਪਰ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਲਗਾਤਾਰ ਹੀ ਜਿਹੜੇ ਕਤਲ ਕੀਤੇ ਜਾ ਰਹੇ ਨੇ, ਕਬੱਡੀ ਖਿਡਾਰੀ ਦਾ ਕਤਲ ਹੋਇਆ, ਉਹਦੇ ਗੈਂਗਸਟਰਵਾਦ ਵੱਲੋਂ ਜਿਹੜੀ ਕੇਸ ਦੀ ਜ਼ਿੰਮੇਵਾਰੀ ਲਈ ਗਈ ਹੈ, ਕੀ ਕਹਿਣਾ ਚਾਹੋਗੇ? ਤੁਸੀਂ ਮੈਡਮ ਪਲੀਜ਼ ਟਰਾਈ ਟੂ ਅੰਡਰਸਟੈਂਡ, ਇਹ ਜਿਹੜਾ ਗੈਂਗਸਟਰਿਜ਼ਮ ਹੈ ਜਾਂ ਗੁੰਡਾਗਰਦੀ ਹੈ, ਇਹ ਕੋਈ ਇੱਕ ਦਿਨ ਦੇ ਵਿੱਚ ਤਾਂ ਪੈਦਾ ਹੋ ਨਹੀਂ ਗਏ। ਤੁਸੀਂ ਇਹ ਪਿਛਲੀਆਂ ਸਰਕਾਰਾਂ ਦੀ, ਚਾਹੇ ਕਾਂਗਰਸ ਦੀ ਸਰਕਾਰ ਸੀ ਤੇ ਚਾਹੇ 10 ਸਾਲ ਅਕਾਲੀ ਦਲ ਦੀ ਸਰਕਾਰ ਸੀਗੀ, ਅਕਾਲੀ ਦਲ ਭਾਜਪਾ ਦੀ, ਉਦੋਂ ਦੇ ਕੰਡੇ ਬੀਜੇ ਹੋਏ ਅਸੀਂ ਅੱਜ ਤੱਕ, ਪੰਜਾਬ ਅੱਜ ਤੱਕ ਚੁਗ ਰਿਹਾ ਹੈ। ਜੀ, ਪਿਛਲੇ ਟਰਮ ਦੇ ਦੌਰਾਨ ਤੁਸੀਂ ਦੇਖਿਆ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਇੱਕ ਪਾਸੇ ਸੁਖੀ ਰੰਧਾਵਾ ਹੁੰਦੇ ਸੀਗੇ, ਦੂਜੇ ਪਾਸੇ ਵਿਕਰਮ ਮਜੀਠੀਆ ਹੁੰਦੇ ਸੀਗੇ, ਤੇ ਉਹ ਆਪਸ 'ਚ ਕਿਹਾ ਕਰਦੇ ਸੀਗੇ ਕਿ ਉਹ ਤੇਰਾ ਪ੍ਰੋਡਕਟ ਹੈ, ਤੇਰਾ ਪ੍ਰੋਡਕਟ ਹੈ। ਹੁਣ ਜਿਹੜਾ ਇੱਕ ਵਾਰੀ ਕੈਂਸਰ ਦਾ ਬੀ ਬਿਜ ਜੇ, ਉਹਨੂੰ ਜੜੋਂ ਖਤਮ ਕਰਨ ਦੇ ਵਿੱਚ ਟਾਈਮ ਲੱਗਦਾ ਹੈ। ਚਾਹੇ 3.5 ਸਾਲ ਹੋ ਗਏ, ਪਰ ਤੁਸੀਂ ਇੱਕ ਵਾਰ ਸਾਨੂੰ ਦੱਸ ਦਿਓ ਕਿ ਜੀ ਸਾਡੇ ਕਿਸੇ ਮੁੱਖ ਮੰਤਰੀ ਦੇ ਉੱਪਰ, ਸਾਡੇ ਕਿਸੇ ਮੰਤਰੀ ਐਮਐਲਏ ਦੇ ਉੱਪਰ ਇਹਨਾਂ ਗੈਂਗਸਟਰਸ ਨੂੰ ਦੀ ਪੁਸ਼ਤ ਪਨਾਹੀ ਕਰਨ ਦਾ ਕੋਈ ਐਲੀਗੇਸ਼ਨ ਲੱਗਿਆ ਹੋਵੇ, ਇਹਨਾਂ ਦੇ ਉੱਪਰ ਕੋਈ ਉਹਨਾਂ ਦੇ ਨਾਲ ਕੋਈ ਤਾਲਮੇਲ ਦਾ ਲੱਗਿਆ ਹੋਵੇ। ਸਾਡਾ ਸਟੈਂਡ ਫਰੋਮ ਟੌਪ ਟੂ ਬਾਟਮ ਬੜਾ ਕਲੀਅਰ ਹੈ ਕਿ ਲਾਅ ਆਫ ਲੈਂਡ ਹੈ ਜਿਹੜਾ, ਉਹਦੇ ਮੁਤਾਬਕ ਪੰਜਾਬ ਚੱਲੂਗਾ। ਕਿਸੇ ਤਰੀਕੇ ਦਾ ਗੈਂਗਸਟਰਿਜ਼ਮ, ਕਿਸੇ ਤਰੀਕੇ ਦੀ ਗੁੰਡਾਗਰਦੀ, ਕਿਸੇ ਤਰੀਕੇ ਦੀ ਲੌਲੈਸਨੈਸ, ਕਿਸੇ ਤਰੀਕੇ ਦਾ ਡਰੱਗਸ, ਉਹ ਪੰਜਾਬ ਦੀ ਧਰਤੀ ਦੇ ਉੱਪਰੋਂ आम आदमी पार्टी की भगवंत मान सरकार जड़ों खत्म करने के लिए वजद है। सर, जालंधर सेंट्रल हल्के को कैसे देख रहे हैं? एक तरफ नितिन कोहली को इंचार्ज लगा दिया गया है, दूसरी तरफ विधायक भी बाहर आ गए, तो सेंट्रल हल्के का विकास कार्य कैसे होगा? क्यों विकास कार्य? क्यों विकास कार्य सरकार ने करने होते हैं जी, और सरकार कर रही है। कोई भी आप काम हुआ बताइए हमें, आप हमारे हल्का इंचार्ज को बताइए, आप हमारे जो डिस्ट्रिक्ट एडमिनिस्ट्रेशन है उनको बताइए, कंसर्न मिनिस्टर को। विधायक के पास लोग जाए या ना जाए? नहीं, क्यों ना जाए, जिसका दिल करता है। मैं कैसे कह सकता हूँ कि किसके पास जाए या ना जाए? जिसके साथ प्यार है, मतलब काम होने से है। ये कोई ऐसे, देखिए राजनीति को हम कभी इतना छोटे आईने में हम नहीं देख सकते कि इसके पास जाओ या उसके पास जाओ। जिसका सही काम होएगा उसका घर बैठे होएगा, जिसका सही काम नहीं होएगा
वो चाहे जहाँ मर्जी चला जाए नहीं होएगा। दैट्स इट। सर पंजाब च महिलावां नूं पैसे कदों 1000 रुपए हो गया सर आज आप पहुंचे हो देखो क्या है कि देवी तालाब और इसमें जो माता का स्थान है वो वर्षों से हमारी आस्था का केंद्र है और 51 जो शक्तिपीठ है सारे देश में, जहाँ माँ के शरीर का कोई अंग गिरा है उसमें से भी एक यहाँ गिरा है। तो इन शक्तिपीठों की बहुत मान्यताएं हैं और बहुत लोगों की आस्था है। मैं चूँकि आसाम में था तो कामाख्या में भी लोग कहते थे गवर्नर साहब और कुछ मजे माँ के दर्शन करा दो। इसका मतलब हमारी माँ के प्रति जो अनन्य आस्था है वो एक तरह से हमारी संस्कृति से जुड़ा हुआ है। मेरे को भी शीतल जी ने ये मौका दिया कि आज मैं यहाँ आ सका। आज माता के दर्शन के साथ साथ मुझे सारी पंजाब की विभूतियों का भी और स्वामी जी के भी दर्शन करने का सौभाग्य मिल गया। तो मैं सोचता हूँ ये स्थान ऐसे हैं जो हमको एक पावर देते हैं, काम करने की शक्ति देते हैं, हमको सही रास्ते पे चलने के लिए एक आशीर्वाद देते हैं। और हम इन्हीं से यहाँ आकर के मन में यही कल्पना करते हैं कि माँ आपका आशीर्वाद हम पे रहे, ताकि पंजाब, चंडीगढ़ और संपूर्ण देश के मानव सुखी संपन्न रहें, देश हमेशा तरक्की करता रहे और हम सब लोग देश के लिए काम करते रहें। जैसे कि आपने बात की